ਹੈਲੋ ਦੋਸਤੋ, ਮੈਂ ਰਜੇਸ਼ ਗਗਨੇਜਾ ਤੁਹਾਡਾ ਸਭ ਦਾ ਸਵਾਗਤ ਕਰਦਾ ਸਾਡੇ ਸਮਾਰਟ ਸਟਾਰਟ ਅਕੈਡਮੀ ਦੇ YouTube ਚੈਨਲ Key.05 'ਤੇ। ਉਮੀਦ ਕਰਦਾ ਤੁਸੀਂ ਸਭ ਠੀਕ ਹੋਗੇ। ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ETT ਕੇਡਰ 994 ਪੋਸਟਰ ਨਾਲ ਰਿਲੇਟਡ ਜੋ ਬੈਚ ਸ਼ੁਰੂ ਕੀਤਾ ਹੈ, ਉਸ ਦੇ ਹਿਸਟਰੀ ਸੈਸ਼ਨ ਦਾ ਅੱਜ ਦੂਸਰੇ ਚੈਪਟਰ ਦਾ ਪਹਿਲਾ ਦਿਨ ਹੈ। ਫਸਟ ਚੈਪਟਰ ਆਪਾਂ ਕੰਪਲੀਟ ਕਰ ਲਿਆ ਹੈ। ਜਿਸ ਵੀ ਦੋਸਤ ਨੇ ਉਹ ਵੀਡੀਓ ਨਹੀਂ ਦੇਖੀਆਂ, ਪਲੀਜ਼ ਉਹ ਸਾਡੀ ਪਲੇਲਿਸਟ 'ਚ ਜਾ ਕੇ ਚੈਨਲ ਦੀ ਉਹ ਵੀਡੀਓ ਦੇਖ ਸਕਦਾ ਹੈ ਅਤੇ ਆਪਣੇ ਨੋਟਸ ਕੰਪਲੀਟ ਕਰ ਸਕਦਾ ਹੈ। ਜੋ ਵੀ ਕੁਛ ਕਰਾ ਰਿਹਾ ਉਹ ਸਭ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਰਿਲੇਟਿਡ ਇੰਪੋਰਟੈਂਟ ਹੈ। ਤੁਸੀਂ ਆਪਣੀ ਤਿਆਰੀ ਬੇਫਿਕਰ ਹੋ ਕੇ ਇਸ ਚੈਨਲ ਤੋਂ ਕਰ ਸਕਦੇ ਹੋ। ਸੋ ਦੋਸਤੋ, ਅੱਜ ਦਾ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਦੇ ਚੈਪਟਰ ਦਾ ਨਾਮ ਹੈ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ, ਪੋਲੀਟੀਕਲ ਐਂਡ ਸੋਸ਼ਲ ਕੰਡੀਸ਼ਨਸ ਆਫ ਪੰਜਾਬ ਬਿਫੋਰ ਗੁਰੂ ਨਾਨਕ ਦੇਵ ਜੀ। ਸੈਕਿੰਡ ਚੈਪਟਰ ਹੈ ਹਿਸਟਰੀ ਦਾ। ਸ਼ੁਰੂ ਕਰਦੇ ਹਾਂ ਆਪਾਂ। ਦੇਖੋ, ਪਹਿਲਾਂ ਆਪਾਂ ਰਾਜਨੀਤਿਕ ਅਵਸਥਾ ਕਰਾਂਗੇ, ਫਿਰ ਸਮਾਜਿਕ ਅਵਸਥਾ। ਇੰਪੋਰਟੈਂਟ ਚੈਪਟਰ ਹੈ, ਸਾਰਿਆਂ ਨੇ ਧਿਆਨ ਨਾਲ ਸੁਣਨਾ ਹੈ। ਪਹਿਲਾ, ਲੋਧੀ ਸੁਲਤਾਨਾ ਅਧੀਨ ਪੰਜਾਬ। ਠੀਕ ਹੈ, ਪਹਿਲਾਂ ਆਪਾਂ ਸ਼ੁਰੂ ਕਰਾਂਗੇ ਲੋਧੀ ਸੁਲਤਾਨਾ ਅਧੀਨ ਪੰਜਾਬ। ਠੀਕ ਹੈ, ਪਹਿਲਾ ਪੁਆਇੰਟ ਹੈਗਾ ਬਹਿਲੋਲ ਖਾਂ ਲੋਧੀ। ਠੀਕ ਹੈ, ਪਹਿਲਾ ਪੁਆਇੰਟ ਬਹਿਲੋਲ ਖਾਂ ਲੋਧੀ। ਕਹਿੰਦੇ ਬਹਿਲੋਲ ਖਾਂ ਲੋਧੀ ਦਿੱਲੀ ਦਾ ਸਮਰਾਟ ਸੀ। ਕਿੱਥੋਂ ਦਾ ਸਮਰਾਟ ਸੀ? ਦਿੱਲੀ ਦਾ ਸਮਰਾਟ ਸੀ, ਜਿਸ ਨੇ 1451 ਈਸਵੀ ਤੋਂ 1499 ਈਸਵੀ ਤੱਕ ਸ਼ਾਸਨ ਕੀਤਾ। ਕੁਐਸਚਨ ਆਪਾਂ ਨੂੰ ਆ ਸਕਦਾ ਹੈ ਕਿ ਬਹਿਲੋਲ ਖਾਂ ਲੋਧੀ ਕਿੱਥੋਂ ਦਾ ਸਮਰਾਟ ਸੀ? ਆਪਣਾ ਆਨਸਰ ਹੋਣਾ ਚਾਹੀਦਾ ਦਿੱਲੀ ਦਾ। ਕਿੱਥੋਂ ਦਾ? ਦਿੱਲੀ ਦਾ। ਠੀਕ ਹੈ, ਕਿੱਥੋਂ ਦਾ ਸਮਰਾਟ ਹੈ? ਦਿੱਲੀ ਦਾ। ਠੀਕ ਹੈ, ਦੂਸਰਾ ਪੁਆਇੰਟ ਕਿ ਉਸਨੇ ਕਦੋਂ ਸ਼ਾਸਨ ਕੀਤਾ? ਕਦੋਂ ਤੋਂ ਕਦੋਂ ਲੈ ਕੇ? 1451 ਈਸਵੀ ਤੋਂ 1499 ਈਸਵੀ ਤੱਕ ਸ਼ਾਸਨ ਕੀਤਾ ਸੀ। ਦਿੱਲੀ ਦਾ ਸਮਰਾਟ ਬਣਨ ਉਪਰੰਤ ਬਹਿਲੋਲ ਖਾਂ ਲੋਧੀ ਨੇ ਤਾਤਾਰ ਖਾਂ ਨੂੰ ਪੰਜਾਬ ਦਾ ਸ਼ਹਿਜ਼ਾਦਾ ਮੰਨ ਲਓ ਸਿਕੰਦਰ ਲੋਧੀ ਨਿਜ਼ਾਮ ਖਾਂ ਸਰਹਿੰਦ ਦਾ ਨਾਜ਼ਿਮ ਬਣਾਇਆ। ਠੀਕ ਹੈ, ਉਸਨੇ ਕੀ ਕੀਤਾ ਕਿ ਸਮਰਾਟ ਬਣਨ ਤੋਂ ਉਪਰੰਤ ਮਤਲਬ ਨਾਲ ਦੀ ਨਾਲ ਬਹਿਲੋਲ ਖਾਂ ਲੋਧੀ ਨੇ ਤਾਤਾਰ ਖਾਂ ਨੂੰ ਪੰਜਾਬ ਦਾ, ਠੀਕ ਹੈ, ਜੋ ਤਾਤਾਰ ਖਾਂ ਸੀ ਉਸ ਨੂੰ ਪੰਜਾਬ ਦਾ, ਅਤੇ ਸ਼ਹਿਜ਼ਾਦਾ ਸਿਕੰਦਰ ਲੋਧੀ ਮੰਨ ਲਓ ਜਿਸ ਦਾ ਨਾਮ ਪੁੱਛ ਸਕਦੇ ਜਿਵੇਂ ਨਿਕਨੇਮ ਨਿਜ਼ਾਮ ਖਾਂ ਸਰਹਿੰਦ ਦਾ। ਕਿੱਥੋਂ ਦਾ? ਸਰਹਿੰਦ ਦਾ ਨਾਜ਼ਿਮ ਬਣਾਇਆ। ਨਾਜ਼ੀ ਮਤਲਬ ਸਰਦਾਰ ਜਾਂ, ਠੀਕ ਹੈ, ਉੱਥੋਂ ਦਾ ਬਾਦਸ਼ਾਹ ਜਾਂ ਸਰਦਾਰ ਬਣਾਇਆ। ਠੀਕ ਹੈ, ਹੁਣ ਇਹਦੇ 'ਚ ਕੁਐਸਚਨ ਕੀ ਪੁੱਟ ਹੋ ਰਿਹਾ? ਦੋ ਕਿਹੜੇ ਕਿਹੜੇ? ਬਹਿਲੋਲ ਖਾਂ ਲੋਧੀ ਨੇ ਕਿਸ ਨੂੰ ਪੰਜਾਬ ਦਾ ਨਾਜ਼ਿਮ ਜਾਂ ਬਾਦਸ਼ਾਹ ਬਣਾਇਆ? ਤਾਤਾਰ ਖਾਂ ਨੂੰ। ਠੀਕ ਹੈ, ਦੂਸਰਾ ਕੁਐਸਚਨ ਹੈ ਕਿ ਸਰਹਿੰਦ ਦਾ ਨਾਜ਼ਿਮ ਜਾਂ ਬਾਦਸ਼ਾਹ ਕਿਸ ਨੂੰ ਬਣਾਇਆ? ਸਿਕੰਦਰ ਲੋਧੀ ਨੂੰ। ਜਾਂ ਨਾਜ਼ਿਮ ਖਾਂ ਆਪਣਾ ਸਿਕੰਦਰ ਲੋਧੀ ਦਾ ਨਿਕਨੇਮ ਵਗੈਰਾ ਪੁੱਛ ਸਕਦੇ ਨਾਜ਼ਿਮ ਖਾਂ। ਠੀਕ ਹੈ, ਇੱਕ ਹੋਰ ਪੁੱਛ ਸਕਦੀ ਕਿ ਸਿਕੰਦਰ ਲੋਧੀ ਦਾ ਆਪਣੇ ਬਹਿਲੋਲ ਖਾਂ ਲੋਧੀ ਨਾਲ ਰਿਸ਼ਤਾ ਕੀ ਸੀ? ਜੋ ਸਿਕੰਦਰ ਲੋਧੀ ਸੀ, ਬਹਿਲੋਲ ਖਾਂ ਲੋਧੀ ਦਾ ਕੀ ਸੀ? ਸ਼ਹਿਜ਼ਾਦਾ ਮਤਲਬ ਪੁੱਤਰ ਸੀ। ਠੀਕ ਹੈ, ਇੰਨਾ ਇਹਦੇ ਵਿੱਚ ਲੱਗ ਕਿਉਂ ਨਹੀਂ ਸਮਝ? ਅੱਗੇ ਚੱਲਦੇ ਹਾਂ। ਅੱਗੇ ਆ ਜਾਂਦਾ ਆਪਣੇ ਕੋਲ ਸਿਕੰਦਰ ਲੋਧੀ। ਠੀਕ ਹੈ, ਦੂਸਰਾ ਪੁਆਇੰਟ ਹੈ ਸਿਕੰਦਰ ਲੋਧੀ। ਸਿਕੰਦਰ ਲੋਧੀ ਬਹਿਲੋਲ ਖਾਂ ਲੋਧੀ ਦਾ ਪੁੱਤਰ ਸੀ। ਠੀਕ ਹੈ, ਬਹਿਲੋਲ ਖਾਂ ਲੋਧੀ ਦਾ ਪੁੱਤਰ ਸੀ। ਆਪਣੇ ਪਿਤਾ ਬਹਿਲੋਲ ਖਾਂ ਲੋਧੀ ਦੀ ਮੌਤ ਤੋਂ ਬਾਅਦ ਦਿੱਲੀ ਦਾ ਸਮਰਾਟ ਬਣਿਆ ਸੀ। ਠੀਕ ਹੈ, ਕਦੋਂ ਬਣਿਆ ਸੀ? ਆਪਣੇ ਪਿਤਾ ਬਹਿਲੋਲ ਖਾਂ ਲੋਧੀ ਦੀ ਮੌਤ ਤੋਂ ਬਾਅਦ ਦਿੱਲੀ ਦਾ ਸਮਰਾਟ ਬਣਿਆ ਸੀ। ਠੀਕ ਹੈ, ਸਿਕੰਦਰ ਲੋਧੀ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਸੀ। ਆਪਾਂ ਨੂੰ ਪੁੱਛ ਰਹੇ ਕਿ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕੌਣ ਸੀ? ਅਤੇ ਆਪਣਾ ਆਨਸਰ ਕੀ ਹੋਣਾ ਚਾਹੀਦਾ ਹੈ? ਸਿਕੰਦਰ ਲੋਧੀ। ਠੀਕ ਹੈ, ਸਿਕੰਦਰ ਲੋਧੀ ਨੇ 1499
ਈਸਵੀ ਤੋਂ 1517 ਈਸਵੀ ਤੱਕ ਸ਼ਾਸਨ ਕੀਤਾ। ਠੀਕ ਹੈ, ਜਿਵੇਂ ਪਿੱਛੇ ਦੇਖੋ 1451 ਤੋਂ 1499 ਤੱਕ ਸ਼ਾਸਨ ਕਿਹਨੇ ਕੀਤਾ ਸੀ? ਬਿਲੋਲ ਖਾਂ ਲੋਧੀ ਨੇ। ਠੀਕ ਹੈ, ਫਿਰ 1499 ਈਸਵੀ ਤੋਂ ਬਾਅਦ 1517 ਈਸਵੀ ਤੱਕ ਸ਼ਾਸਨ ਕਿਸਨੇ ਕੀਤਾ ਸੀ? ਸਿਕੰਦਰ ਲੋਧੀ ਨੇ। ਠੀਕ ਹੈ, ਉਸ ਤੋਂ ਬਾਅਦ ਤੀਸਰੇ ਪੁਆਇੰਟ ਆ ਗਿਆ ਇਬਰਾਹਿਮ ਲੋਧੀ। ਸਿਕੰਦਰ ਲੋਧੀ ਤੋਂ ਪਿੱਛੋਂ ਇਬਰਾਹਿਮ ਲੋਧੀ ਦਿੱਲੀ ਦੇ ਤਖਤ 'ਤੇ ਬੈਠਾ। ਤੀਸਰੇ ਨੰਬਰ 'ਤੇ ਕੌਣ ਬੈਠਾ ਸੀ? ਇਬਰਾਹਿਮ ਲੋਧੀ। ਉਸਨੇ 1517 ਤੋਂ 1526 ਈਸਵੀ ਤੱਕ ਸ਼ਾਸਨ ਕੀਤਾ ਸੀ। ਠੀਕ ਹੈ, ਠੀਕ ਹੈ, ਸਿਕੰਦਰ ਲੋਧੀ ਤੋਂ ਪਿੱਛੋਂ ਇਬਰਾਹਿਮ ਖਾਂ ਲੋਧੀ ਦਿੱਲੀ ਦੇ ਤਖਤ 'ਤੇ ਬੈਠਾ ਇਬਰਾਹਿਮ ਲੋਧੀ, ਅਤੇ ਉਸਨੇ 1517 ਈਸਵੀ ਤੋਂ 1526 ਈਸਵੀ ਤੱਕ ਸ਼ਾਸਨ ਕੀਤਾ ਸੀ। ਠੀਕ ਹੈ, ਇਸ ਤੋਂ ਸੀਕੁਐਂਸ ਦੇ ਵਿੱਚ ਯਾਦ ਕਰਨਾ ਤੁਸੀਂ। ਪਹਿਲਾਂ ਯਾਦ ਕਰੋਗੇ ਬਿਲੋਲ ਖਾਂ ਲੋਧੀ 1451 ਤੋਂ 1499, ਦੂਸਰੇ ਨੰਬਰ 'ਤੇ ਸਿਕੰਦਰ ਲੋਧੀ 99 ਤੋਂ 1499 ਤੋਂ 1517, ਅਤੇ ਤੀਸਰੇ ਨੰਬਰ ਇਬਰਾਹਿਮ ਲੋਧੀ। ਠੀਕ ਹੈ, ਇਹ 1517 ਤੋਂ 1526 ਈਸਵੀ ਤੱਕ। ਓਕੇ, ਅੱਗੇ ਦੇਖੋ ਅਗਲਾ ਪੁਆਇੰਟ ਦੌਲਤ ਖਾਂ ਲੋਧੀ ਅਤੇ ਪੰਜਾਬ। ਠੀਕ ਹੈ, ਦੌਲਤ ਖਾਂ ਲੋਧੀ ਅਤੇ ਪੰਜਾਬ। 1500 ਈਸਵੀ ਤੋਂ 1562 ਈਸਵੀ ਤੱਕ। ਠੀਕ ਹੈ, ਪਹਿਲਾ ਇਹਦਾ ਪੁਆਇੰਟ ਹੈਗਾ ਦੌਲਤ ਖਾਂ ਲੋਧੀ। ਦੌਲਤ ਖਾਂ ਲੋਧੀ ਬਾਰੇ ਪੜ੍ਹਾਂਗੇ ਉਹਨੂੰ। ਸਿਕੰਦਰ ਲੋਧੀ ਨੇ ਤਤਾਰ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਸੀ। ਠੀਕ ਹੈ, ਫਿਰ ਸਿਕੰਦਰ ਲੋਧੀ ਨੇ ਪਹਿਲਾਂ ਦੌਲਤ ਖਾਂ ਲੋਧੀ ਪਹਿਲਾਂ ਬਿਲੋਲ ਖਾਂ ਲੋਧੀ ਨੇ ਬਣਾਇਆ ਸੀ। ਠੀਕ ਹੈ, ਤਤਾਰ ਖਾਂ ਨੂੰ। ਠੀਕ ਹੈ, ਉਸ ਤੋਂ ਬਾਅਦ ਸਿਕੰਦਰ ਲੋਧੀ ਨੇ ਫਿਰ ਦੁਬਾਰਾ ਇਹਨਾਂ ਨੂੰ ਬਣਾਤਾ ਸੀ, ਤਤਾਰ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਸੀ। ਠੀਕ ਹੈ, ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਦੌਲਤ ਖਾਂ। ਠੀਕ ਹੈ, ਉਸ ਦੀ ਮੌਤ ਤੋਂ ਬਾਅਦ ਤਤਾਰ ਖਾਂ ਦੀ ਮੌਤ ਤੋਂ ਬਾਅਦ ਮਤਲਬ ਉਸ ਦਾ ਪੁੱਤਰ ਕੌਣ ਸੀ? ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ, ਅਤੇ ਦੌਲਤ ਖਾਂ ਲੋਧੀ ਪੰਜਾਬ ਦੇ ਸੂਬੇ ਤਤਾਰ ਖਾਂ ਦਾ ਪੁੱਤਰ ਸੀ। ਠੀਕ ਹੈ, ਅਗਰ ਦੌਲਤ ਖਾਂ ਲੋਧੀ ਪੰਜਾਬ ਦੇ ਸੂਬੇ ਤਤਾਰ ਖਾਂ ਦਾ ਪੁੱਤਰ ਸੀ। ਠੀਕ ਹੈ, ਇਸ ਤਰ੍ਹਾਂ ਸੀਕੁਐਂਸ ਇੰਨਾ ਜਿਹਾ ਟਾਈਮ ਪੀਰੀਅਡ ਪੁੱਛ ਲੈਣ 1500 ਈਸਵੀ ਤੋਂ 1562 ਈਸਵੀ ਤੱਕ। ਠੀਕ ਹੈ, ਅੱਗੇ ਦੇਖੋ ਅਗਲਾ ਪੁਆਇੰਟ ਦੌਲਤ ਖਾਂ ਲੋਧੀ ਦਾ ਬਾਬਰ ਨਾਲ ਗੱਠਜੋੜ। ਇਹ ਨਾ ਪੁਆਇੰਟ ਟੂ ਪੁਆਇੰਟ ਕੁਐਸਚਨ ਵਾਈਜ਼ ਹੀ ਮੈਂ ਇਹਦੀ PPT ਬਣਾਈ ਹੈ। ਠੀਕ ਹੈ, ਜਿਵੇਂ ਕੁਐਸਚਨ ਪੁੱਛਣਗੇ ਉਸ ਹਿਸਾਬ ਨਾਲ ਇੱਕ ਇੱਕ ਪੁਆਇੰਟ ਇਹਦੇ 'ਚ ਮੈਂ ਐਡ ਕੀਤਾ। ਠੀਕ ਹੈ, ਤੁਸੀਂ ਐਜ਼ ਇਟ ਐਜ਼ ਬਣਾ ਸਕਦੇ ਹੋ, ਤਾਂ ਇਸ ਤੋਂ ਇਲਾਵਾ ਬਾਹਰ ਕੁਛ ਨਹੀਂ ਆਏਗਾ। ਠੀਕ ਹੈ, ਅੱਗੇ ਦੇਖੋ ਦੌਲਤ ਖਾਂ ਲੋਧੀ ਦਾ ਬਾਬਰ ਨਾਲ ਗੱਠਜੋੜ। ਹੁਣ ਦੌਲਤ ਖਾਂ ਲੋਧੀ ਕਿੰਨੇ ਨਾਲ ਗੱਠਜੋੜ? ਬਾਬਰ ਨਾਲ। ਹੁਣ ਬਾਬਰ ਕੌਣ ਸੀ? ਠੀਕ ਹੈ, ਬਾਬਰ ਦਾ ਪੂਰਾ ਨਾਮ, ਇੱਕ ਕੁਐਸਚਨ ਆ ਇੰਪੋਰਟੈਂਟ ਬਣਦਾ ਕਿ ਬਾਬਰ ਦਾ ਪੂਰਾ ਨਾਮ ਕੀ ਸੀ। ਠੀਕ ਹੈ, ਬਾਬਰ ਦਾ ਪੂਰਾ ਨਾਮ ਸੀ ਜ਼ਹੀਰ ਉਦ ਦੀਨ ਬਾਬਰ। ਠੀਕ ਹੈ, ਜੋ ਕਿ ਕਾਬਲ ਦਾ ਹਾਕਮ ਸੀ। ਕਿੱਥੋਂ ਦਾ ਹਾਕਮ ਸੀ? ਕਾਬਲ ਦਾ। ਬਾਬਰ ਕਿੱਥੋਂ ਦਾ ਹਾਕਮ ਜਾਂ ਰਾਜਾ ਸੀ? ਕਿੱਥੋਂ ਦਾ? ਕਾਬਲ ਦਾ। ਠੀਕ ਹੈ, ਬਾਬਰ ਦੇ ਪੁੱਤਰ ਦਾ ਨਾਮ ਹੁਮਾਯੂ ਸੀ। ਇਹ ਵੀ ਕੁਐਸਚਨ ਇੱਕ ਵਾਰੀ ਪੁੱਛਿਆ ਗਿਆ। ਬਾਬਰ ਦੇ ਪੁੱਤਰ ਦਾ ਨਾਮ ਕੀ ਸੀ? ਕੀ ਨਾਮ ਸੀ? ਹੁਮਾਯੂ। ਠੀਕ ਹੈ, ਬਾਬਰ ਦੇ ਪੁੱਤਰ ਦਾ ਨਾਮ ਕੀ ਸੀ? ਹੁਮਾਯੂ। ਠੀਕ ਹੈ, ਬਾਬਰ ਦੇ ਪੁੱਤਰ ਦਾ ਨਾਮ ਪੁੱਛ ਲੈਣ ਤਾਂ ਕੀ ਨਾਮ ਹੈ? ਹੁਮਾਯੂੰ ਉਸਦੇ ਪੁੱਤਰ ਦਾ ਨਾਮ ਸੀ। ਬਾਬਰ ਨੇ 1519 ਈਸਵੀ ਵਿੱਚ ਪਹਿਲੀ ਵਾਰ ਪੰਜਾਬ 'ਤੇ ਹਮਲਾ ਕੀਤਾ। ਇੰਪੋਰਟੈਂਟ ਇਹ ਕੁਐਸਚਨ ਆਇਆ ਵੀ ਹੋਇਆ ਇੱਕ ਵਾਰੀ। ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਆ, ਤੁਸੀਂ ਲਾਈਨ ਸਪੈਸ਼ਲ ਅੰਡਰਲਾਈਨ ਕਰਨੀ ਹੈ ਕਿ ਬਾਬਰ ਨੇ ਪਹਿਲੀ ਵਾਰ ਪੰਜਾਬ 'ਤੇ ਕਦੋਂ ਹਮਲਾ ਕੀਤਾ ਸੀ। ਇਹ ਸ਼ਾਇਦ 2364 ਦੇ ਵਿੱਚ ਕੁਐਸਚਨ ਆਇਆ ਵੀ ਹੈ। ਬਾਬਰ ਨੇ 1519 ਈਸਵੀ ਵਿੱਚ ਪਹਿਲੀ ਵਾਰੀ ਪੰਜਾਬ 'ਤੇ ਹਮਲਾ ਕੀਤਾ ਸੀ। ਠੀਕ ਹੈ, ਆਪਾਂ ਨੂੰ ਸਾਰੀ ਕਹਾਣੀ ਪੜ੍ਹਨ ਦੀ ਨਹੀਂ ਲੋੜ, ਆਪਾਂ ਕੁਐਸਚਨ ਦੇ ਪੁਆਇੰਟ ਆਫ ਵਿਊ ਨਾਲ ਚੱਲਣਾ ਹੈ ਕਿ ਐਗਜ਼ਾਮ ਦੇ ਵਿੱਚ ਕਿਹੜੇ ਕੁਐਸਚਨ ਪਹਿਲੇ ਵਾਲੇ ਐਗਜ਼ਾਮ ਜਾਂ ਹੋਰ ਵੀ ਪੰਜਾਬ ਦੇ ਜੋ ਐਗਜ਼ਾਮ ਹੋਏ ਉਹਨਾਂ ਵਿੱਚ ਪੁੱਛੇ ਗਏ, ਅਤੇ ਨੈਕਸਟ ਅੱਗੇ ਵੀ ਕਿਹੜੇ ਪੁੱਛ ਸਕਣਗੇ। ਠੀਕ ਹੈ, ਉਸ ਦੇ ਪੁਆਇੰਟ ਆਫ ਵਿਊ ਨਾਲ ਸਾਰੀ ਇਹ PPT ਤਿਆਰ ਕੀਤੀ ਗਈ ਹੈ। ਓਕੇ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇੱਥੋਂ ਤਿਆਰੀ ਕਰ ਸਕਦੇ ਹੋ। ਬਾਬਰ ਬਾਰੇ, ਬਾਬਰ ਕੀ ਦਾ ਪੂਰਾ ਨਾਮ ਪੁੱਛ ਸਕਦੇ ਆ? ਜ਼ਹੀਰੁੱਦੀਨ ਬਾਬਰ ਸੀ। ਠੀਕ ਹੈ, ਕਿੱਥੋਂ ਦਾ ਸ਼ਾਸਕ ਸੀ? ਕਾਬਲ ਦਾ। ਦੇ ਪੁੱਤਰ ਦਾ ਨਾਮ ਹੁਮਾਯੂ ਸੀ। ਅਤੇ ਆਹ ਇੰਪੋਰਟੈਂਟ ਕੁਐਸਚਨ ਇਹਦੇ ਵਿੱਚ ਬਾਬਰ ਨੇ 1519 ਈਸਵੀ 'ਚ ਪਹਿਲੀ ਵਾਰੀ ਪੰਜਾਬ 'ਤੇ ਹਮਲਾ ਕੀਤਾ ਸੀ। ਠੀਕ ਹੈ, ਇੰਪੋਰਟੈਂਟ ਕੁਐਸਚਨ ਹੈ, ਬਾਕੀ ਸਮਝ ਧਿਆਨ ਨਾਲ ਤੁਸੀਂ ਨੋਟ ਕਰ ਲੈਣਾ। ਅੱਗੇ ਚੱਲਦੇ ਹਾਂ। ਅੱਗੇ ਦੇਖੋ ਫਿਰ ਕੁਐਸਚਨ ਬਣਦਾ ਹੈ ਕਿ ਬਾਬਰ ਨੇ ਪੰਜਾਬ 'ਤੇ ਕਿੰਨੇ ਹਮਲੇ ਕੀਤੇ? ਆਪਣਾ ਆਨਸਰ ਹੈਗਾ ਬਾਬਰ ਨੇ ਪੰਜਾਬ 'ਤੇ ਕੁੱਲ 5 ਹਮਲੇ ਕੀਤੇ। ਕਿੰਨੇ ਹਮਲੇ ਕੀਤੇ? 5। ਬਾਬਰ ਨੇ ਪੰਜਾਬ ਦੇ ਲੋਕਾਂ 'ਤੇ ਅਨੇਕਾਂ ਅਤਿਆਚਾਰ ਕੀਤੇ ਸੀ।
ਆਪਾਂ ਨੂੰ ਪਤਾ ਕਿ ਗੁਰੂ ਨਾਨਕ ਦੇਵ ਜੀ ਦੇ ਟਾਈਮ ਪੀਰੀਅਡ ਦੇ ਨਾਲ ਬਾਬਰ ਦਾ ਟਾਈਮ ਪੀਰੀਅਡ ਚੱਲਦਾ, ਠੀਕ ਹੈ। ਅਤੇ ਬਾਬਰ ਨੇ ਪੰਜਾਬ 'ਤੇ ਬਹੁਤ ਅਤਿਆਚਾਰ ਕੀਤੇ ਸਨ, ਠੀਕ ਹੈ। ਪੰਜਾਬ ਦੇ ਲੋਕਾਂ ਦੇ ਕੀਤੇ ਸਨ, ਉੱਥੋਂ ਦੇ ਲੋਕਾਂ ਨੂੰ ਲੁੱਟਿਆ, ਉਹਨਾਂ ਦੇ ਮੰਦਰਾਂ ਨੂੰ ਲੁੱਟਿਆ, ਠੀਕ ਹੈ। ਮਤਲਬ ਧਾਰਮਿਕ ਤੌਰ 'ਤੇ ਵੀ ਲੁੱਟਿਆ, ਠੀਕ ਹੈ, ਸਮਾਜਿਕ ਤੌਰ 'ਤੇ ਵੀ ਅਤੇ ਰਾਜਨੀਤੀ ਸਭ ਪਾਸੋਂ ਉਹਨਾਂ ਨੇ ਲੁੱਟਿਆ, ਠੀਕ ਹੈ। ਜੋ ਬਾਬਰ ਨੇ ਪੰਜਾਬ ਦੇ ਲੋਕਾਂ 'ਤੇ ਅਨੇਕਾਂ ਅਤਿਆਚਾਰ ਕੀਤੇ, ਜਿਸ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਵਿੱਚ ਕੀਤਾ। ਆਹ ਕੁਐਸਚਨ ਬਣਦਾ ਹੈ ਕਿ ਜੋ ਬਾਬਰ ਨੇ ਪੰਜਾਬ 'ਤੇ ਹਮਲੇ ਕੀਤੇ ਸਨ, ਉਸ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਵਿੱਚ ਕੀਤਾ ਸੀ। ਆਪਣਾ ਕੁਐਸਚਨ ਆਨਸਰ ਆਉਣਾ ਚਾਹੀਦਾ ਬਾਬਰ ਬਾਣੀ, ਠੀਕ ਹੈ। ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਜਿਹੜੇ ਹਾਈਲਾਈਟ ਕੀਤੇ ਹੋਏ ਇਹ ਇੰਪੋਰਟੈਂਟ ਗੱਲਾਂ ਹਾਈਲਾਈਟ ਕੀਤੀਆਂ, ਤੁਸੀਂ ਵੀ ਆਪਣੇ ਨੋਟਸ ਦੇ ਵਿੱਚ ਉਹਨੂੰ ਹਾਈਲਾਈਟ ਕਰਕੇ ਲਿਖਣਾ, ਠੀਕ ਹੈ। ਅੱਗੇ ਚੱਲਦੇ ਹਾਂ। ਅੱਗੇ ਗਿਆ ਬਾਬਰ ਦੀ ਪੰਜਾਬ 'ਤੇ ਜਿੱਤ, ਠੀਕ ਹੈ। ਮੇਨ ਪੁਆਇੰਟ ਹੈ, ਕਹਿੰਦਾ ਬਾਬਰ ਨਵੰਬਰ 1525 ਈਸਵੀ ਵਿੱਚ ਆਪਣੇ 12,000 ਸੈਨਿਕਾਂ ਨਾਲ ਕਾਬਲ ਤੋਂ ਪੰਜਾਬ ਵੱਲ ਵਧਿਆ, ਠੀਕ ਹੈ। 1525 ਈਸਵੀ ਵਿੱਚ ਕਾਬਲ ਤੋਂ ਪੰਜਾਬ ਵੱਲ ਵਧਿਆ ਸੀ, ਠੀਕ ਹੈ। ਇੱਥੋਂ ਬਾਬਰ ਉਪਰੰਤ ਸਰਹਿੰਦ ਵੱਲ ਵਧਿਆ, ਠੀਕ ਹੈ। ਉਸ ਤੋਂ ਬਾਅਦ ਬਾਬਰ ਕਿੱਥੇ ਗਿਆ ਚਲਾ, ਸਰਹਿੰਦ ਗਿਆ ਚਲਾ, ਠੀਕ ਹੈ। ਉਸਨੇ ਸਭ ਤੋਂ ਪਹਿਲਾਂ ਅੰਬਾਲਾ ਜਿੱਤਿਆ। ਜੀ ਕੁਐਸਚਨ ਪੁੱਛ ਲੈਣ ਤੇ ਬਾਬਰ ਨੇ ਸਭ ਤੋਂ ਪਹਿਲਾਂ ਕਿਹੜੀ ਜਿੱਤ ਪ੍ਰਾਪਤ ਕੀਤੀ। ਜਦੋਂ ਪੰਜਾਬ ਵੱਲ ਗਿਆ ਸੀ ਤਾਂ ਅੰਬਾਲਾ ਜਿੱਤਿਆ ਸੀ ਪਹਿਲਾਂ। ਫਿਰ ਹਾਂਸੀ, ਹਿਸਾਰ ਫਿਰੋਜ਼ਾ ਜਿੱਤਣ ਤੋਂ ਬਾਅਦ ਆਪਣੇ ਪੁੱਤਰ ਹੁਮਾਯੂੰ ਨੂੰ ਭੇਜਿਆ। ਕਹਿੰਦਾ ਹਾਂਸੀ, ਹਿਸਾਰ, ਫਿਰੋਜ਼ਾ ਜਿੱਤਣ ਲਈ ਕਿਸ ਨੂੰ ਭੇਜਿਆ, ਆਪਣੇ ਪੁੱਤਰ ਹੁਮਾਯੂੰ ਨੂੰ ਭੇਜਿਆ। ਅਤੇ ਬਾਬਰ ਜੋ ਆਪ ਹੈ ਉਹ ਪਾਣੀਪਤ ਜਿੱਤਣ ਲਈ, ਠੀਕ ਹੈ, ਪਾਣੀਪਤ ਜਿੱਤਣ ਲਈ ਦਿੱਲੀ ਵੱਲ ਵਧਿਆ। ਜੋ ਪਾਣੀਪਤ ਦੀ ਲੜਾਈ ਹੋਈ ਸੀ, ਠੀਕ ਹੈ, ਉਸ ਦਾ ਵਰਣਨ ਕਰਾਂਗੇ ਆਪਾਂ ਅੱਗੇ। ਮੰਨ ਲਓ ਬਾਬਰ ਆਪ ਖੁਦ ਪਾਣੀਪਤ ਦੀ ਲੜਾਈ ਕਰਨ ਲਈ ਦਿੱਲੀ ਵੱਲ ਵਧਿਆ। ਜਿੱਥੇ ਉਸਦਾ ਮੁਕਾਬਲਾ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨਾਲ ਹੋਇਆ, ਠੀਕ ਹੈ। ਇਟ ਮੀਨਸ ਕਿ ਜਿਹੜੀ ਪਾਣੀਪਤ ਦੀ ਲੜਾਈ ਕਿਹਨਾਂ ਵਿਚਕਾਰ ਹੋਈ ਸੀ, ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਵਿਚਕਾਰ ਹੋਈ ਸੀ, ਠੀਕ ਹੈ। ਇਹ ਇੰਪੋਰਟੈਂਟ ਗੱਲਾਂ, ਠੀਕ ਹੈ, ਤੁਸੀਂ ਨੋਟ ਕਰਨੀ ਹੈ, ਓਕੇ। ਲਾਗੇ ਨੇ ਦੁਬਾਰਾ ਰਿਪੀਟ ਕਰ ਦੇਣਾ ਕਿ ਬਾਬਰ ਨਵੰਬਰ 1525 ਈਸਵੀ ਵਿੱਚ 12,000 ਸੈਨਿਕਾਂ ਨਾਲ, ਮਤਲਬ ਸੈਨਿਕ ਵੀ ਪੁੱਛ ਸਕਦੇ ਕਿੰਨੇ ਸੈਨਿਕਾਂ ਨਾਲ, 12,000 ਸੈਨਿਕਾਂ ਨਾਲ ਕਾਬਲ ਤੋਂ ਪੰਜਾਬ ਵੱਲ ਵਧਿਆ, ਠੀਕ ਹੈ। ਇਸ ਉਪਰੰਤ ਉਹ ਸਰਹਿੰਦ ਵੱਲ ਵਧਿਆ ਅਤੇ ਸਭ ਤੋਂ ਪਹਿਲਾਂ ਉਸਨੇ ਅੰਬਾਲਾ ਜਿੱਤਿਆ, ਠੀਕ ਹੈ। ਫਿਰ ਕੀ ਹੈ, ਹਾਂਸੀ, ਹਿਸਾਰ ਫਿਰੋਜ਼ਾ ਜਿੱਤਣ ਲਈ ਆਪਣੇ ਪੁੱਤਰ ਹੁਮਾਯੂੰ ਨੂੰ ਭੇਜਿਆ, ਠੀਕ ਹੈ। ਬਾਬਰ ਆਪ ਪਾਣੀਪਤ ਜਿੱਤਣ ਲਈ ਦਿੱਲੀ ਵੱਲ ਵਧਿਆ, ਠੀਕ ਹੈ, ਜਿੱਥੇ ਉਸ ਦਾ ਮੁਕਾਬਲਾ ਕਿਸੇ ਨੇ ਕੀਤਾ, ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨਾਲ ਹੋਇਆ, ਓਕੇ। ਲੱਗ ਗਈ ਸਮਝ ਨੇ। ਅੱਗੇ ਚੱਲੀਏ। ਅੱਗੇ ਪੁਆਇੰਟ ਵੇਖੋ। ਅੱਗੇ ਕਹਿੰਦੇ ਪਾਣੀਪਤ ਦੀ ਪਹਿਲੀ ਲੜਾਈ, ਠੀਕ ਹੈ। ਪਾਣੀਪਤ ਦੀ ਜੋ ਪਹਿਲੀ ਲੜਾਈ ਹੈ, ਪਾਣੀਪਤ ਦੀ ਪਹਿਲੀ ਲੜਾਈ 21 ਅਪ੍ਰੈਲ 1526 ਈਸਵੀ ਵਿੱਚ ਕਾਬਲ ਦੇ ਤੈਮੂਰ ਸ਼ਾਸਕ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਵਿਚਕਾਰ ਪਾਣੀਪਤ ਦੇ ਮੈਦਾਨ ਵਿੱਚ ਹੋਈ, ਠੀਕ ਹੈ। ਆਹ ਕੁਐਸਚਨ ਆਇਆ ਹੋਇਆ, ਠੀਕ ਹੈ, ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛੇ ਗਿਆ ਕਿ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ। 21 ਅਪ੍ਰੈਲ 1526 ਈਸਵੀ ਨੂੰ ਹੋਈ ਸੀ, ਠੀਕ ਹੈ। ਕਦੋਂ, 21 ਅਪ੍ਰੈਲ 1526 ਈਸਵੀ ਨੂੰ ਹੋਈ ਸੀ, ਠੀਕ ਹੈ। ਕਿਸ ਦੇ ਵਿਚਕਾਰ ਹੋਈ ਸੀ, ਕਾਬਲ ਦੇ ਤੈਮੂਰੀ ਜਾਂ ਤੈਮੂਰ ਸ਼ਾਸਕ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਵਿਚਕਾਰ ਪਾਣੀਪਤ ਦੇ ਮੈਦਾਨ ਵਿੱਚ ਹੋਈ ਸੀ, ਠੀਕ ਹੈ। ਅਤੇ ਇਸ ਲੜਾਈ ਵਿੱਚ ਜਿੱਤ ਕਿਸ ਦੀ ਹੋਈ ਸੀ, ਇਹ ਵੀ ਪੁੱਛ ਸਕਦੇ, ਬਾਬਰ ਦੀ ਜਿੱਤ ਹੋਈ ਸੀ। ਬਾਕੀ ਇਹਦੇ 'ਚ ਕਹਾਣੀ ਟਾਈਪ ਤਾਂ ਬਹੁਤ ਹੈ ਕਿ ਜਦੋਂ ਲੜਾਈ ਸ਼ੁਰੂ ਹੋਈ ਸੀ, ਠੀਕ ਹੈ, ਪਹਿਲਾਂ ਬਾਬਰ ਨੇ ਇੱਕ ਹਫ਼ਤਾ ਤਾਂ ਕੁਛ ਨਹੀਂ ਕੀਤਾ ਪਹਿਲਾਂ, ਫਿਰ ਉਸ ਤੋਂ ਪਹਿਲਾਂ ਹਮਲਾ ਇਬਰਾਹਿਮ ਲੋਧੀ ਨੇ ਕੀਤਾ ਸੀ, ਠੀਕ ਹੈ। ਅਤੇ ਅੱਗੇ ਜਾ ਕੇ ਉਹਨਾਂ ਦੇ ਸੈਨਾ ਦੇ ਕੋਲ ਜਾ ਕੇ ਰੁਕ ਗਿਆ। ਫਿਰ ਅੱਗੋਂ ਕੀ ਉਹਨੇ ਤੋਪਖਾਨਾ ਪਹਿਲੀ ਵਾਰੀ ਤੋਪਖਾਨਾ ਵੀ ਕਿੰਨੇ ਬਾਬਰ ਨੇ ਇਸ ਪਾਣੀਪਤ ਦੀ ਲੜਾਈ 'ਚ ਯੂਜ਼ ਕੀਤਾ ਸੀ, ਠੀਕ ਹੈ। ਅੱਗੇ ਤੋਹਫ਼ਾਂ ਚਲਾਤੀਆਂ, ਜੋ ਹਾਥੀ ਇਬਰਾਹਿਮ ਲੋਧੀ ਜੋ ਹਾਥੀ ਬਾਬਰ ਦੀ ਸੈਨਾ 'ਤੇ ਹਮਲਾ ਕਰਨ ਲਈ ਅੱਗੇ ਗਏ ਸਨ, ਅੱਗੋਂ ਉਹਨੇ ਤੋਹਫ਼ਾਂ ਚਲਾਤੀਆਂ, ਉਹ ਕਾਇਲ ਹੋ ਕੇ ਵਾਪਸ ਹੀ ਆਪਦੀ ਸੈਨਾ ਵੱਲ 'ਤੇ ਹਮਲਾ ਕਰ ਦਿੱਤਾ ਅਤੇ ਕਈਆਂ ਨੂੰ ਕੁਚਲ ਦਿੱਤਾ, ਠੀਕ ਹੈ। ਇਸ ਪ੍ਰਕਾਰ ਕਾਫੀ ਲੰਬੀ ਕਹਾਣੀ ਹੈ, ਉਹ ਆਪਾਂ ਨੂੰ ਐਗਜ਼ਾਮ ਦੇ ਵਿੱਚ ਨਹੀਂ ਪੁੱਛਣੀ। ਆਪਾਂ ਨੂੰ ਮੇਨ ਪੁਆਇੰਟ ਉਹ ਪੁੱਛਣਾ ਕਿ ਪਾਣੀਪਤ ਦੀ ਲੜਾਈ ਕਦੋਂ ਹੋਈ ਸੀ। 21 ਅਪ੍ਰੈਲ 1526 ਈਸਵੀ ਨੂੰ ਹੋਈ ਸੀ, ਠੀਕ ਹੈ। ਕਿਸ ਦੇ ਵਿਚਕਾਰ ਹੋਈ ਸੀ, ਕਾਬੁਲ ਦੇ ਤੈਮੂਰ ਸ਼ਾਸਕ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਵਿਚਕਾਰ ਪਾਣੀਪਤ ਦੇ ਮੈਦਾਨ ਵਿੱਚ ਹੋਈ ਸੀ ਅਤੇ ਇਸ ਲੜਾਈ ਵਿੱਚ ਬਾਬਰ ਦੀ ਜਿੱਤ ਹੋਈ ਸੀ, ਠੀਕ ਹੈ। ਇਹ ਇੰਪੋਰਟੈਂਟ ਹੈ, ਠੀਕ ਹੈ। ਜੋ ਇੰਪੋਰਟੈਂਟ ਹੈ ਉਹ ਕਰਨਾ ਹੈ,
ਠੀਕ ਹੈ। ਸਾਰੀ ਕਹਾਣੀਆਂ ਆਪਾਂ ਨੂੰ ਪੇਪਰ ਦੇ ਵਿੱਚ ਕਹਾਣੀ ਨਹੀਂ ਪੁੱਛਣੀ, ਪੁਆਇੰਟ ਆਪਾਂ ਨੂੰ 2 ਪੁਆਇੰਟ ਕੁਐਸਚਨ ਪੁੱਛਣੇ ਆ ਜੋ ਪਿਛਲੇ ਐਗਜ਼ਾਮ ਦੇ ਵਿੱਚ ਆਏ ਹੋਏ ਆ, ਕਾਫੀ ਟਾਈਮ ਰਿਪੀਟ ਹੋਏ ਹੋਏ ਕੁਐਸਚਨ ਇਹਨਾਂ 'ਚੋਂ, ਜੋ ਜਿੰਨੇ ਵੀ ਕਰਾਏ ਆ। ਠੀਕ ਹੈ, ਆਪਾਂ ਥੋੜ੍ਹਾ ਰਿਪੀਟ ਕਰ ਲੈਂਦੇ ਹਾਂ। ਪਹਿਲਾਂ ਆਪਾਂ ਪੜ੍ਹਿਆ ਸੀ ਦਿੱਲੀ ਸੁਲਤਾਨ ਅਧੀਨ, ਇਹ ਸਾਰੀ ਆਪਾਂ ਰਾਜਨੀਤਿਕ ਅਵਸਥਾ ਪੜ੍ਹੀ ਸੀ। ਠੀਕ ਹੈ, ਬਸ ਇਹਦੇ 'ਚ 2 ਹੀ ਮੇਨ ਪੁਆਇੰਟ ਹੈ, ਰਾਜਨੀਤਿਕ ਅਵਸਥਾ ਅਤੇ ਸਮਾਜਿਕ ਅਵਸਥਾ। ਠੀਕ ਹੈ, ਇਸ ਲੈਸਨ ਦੇ ਵਿੱਚ ਇੱਕ ਕੁਐਸਚਨ ਪੱਕਾ ਬਣੇਗਾ ਇਸ ਲੈਸਨ ਦੇ ਵਿੱਚੋਂ, ਕੋਈ ਵੀ ਬਣ ਜੇ। ਦਿੱਲੀ ਸੁਲਤਾਨਾਧੀਨ ਪੰਜਾਬ ਪਹਿਲਾਂ, ਠੀਕ ਹੈ। ਲੋਧੀ ਸੁਲਤਾਨਾਧੀਨ, ਬਲੌਲ ਖਾਂ ਲੋਧੀ ਬਾਰੇ ਪੜ੍ਹਿਆ ਸੀ, 1451 ਤੋਂ 1499 ਈਸਵੀ ਤੱਕ ਸ਼ਾਸਨ ਕੀਤਾ ਸੀ। ਠੀਕ ਹੈ, ਦੂਸਰਾ ਆਪਾਂ ਪੜ੍ਹੇ ਸੀ ਸਿਕੰਦਰ ਲੋਧੀ, ਜੋ ਕਿਹਦਾ ਪੁੱਤਰ ਸੀ, ਬਲੌਲ ਖਾਂ ਲੋਧੀ ਦਾ। ਠੀਕ ਹੈ ਨਾ, ਜੋ 1499 ਤੋਂ 1517 ਈਸਵੀ ਤੱਕ ਸ਼ਾਸਨ ਕੀਤਾ ਸੀ, ਅਤੇ ਜਿਹੜਾ ਕਿ ਸਿਕੰਦਰ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਸੀ। ਫਿਰ ਇਬਰਾਹਿਮ ਲੋਧੀ ਆ ਗਿਆ। ਠੀਕ ਹੈ, ਇਹ ਸਿਕੰਦਰ ਲੋਧੀ ਦਾ ਚਾਚਾ ਸੀ। ਠੀਕ ਹੈ, ਸਿਕੰਦਰ ਲੋਧੀ ਤੋਂ ਪਿੱਛੋਂ ਇਬਰਾਹਿਮ ਲੋਧੀ ਦਿੱਲੀ ਦੇ ਤਖਤ 'ਤੇ ਬੈਠਾ, 1517 ਤੋਂ 1526 ਈਸਵੀ ਤੱਕ ਸ਼ਾਸਨ ਕੀਤਾ। ਫਿਰ ਆਪਾਂ ਪੜ੍ਹਿਆ ਸੀ ਦੌਲਤ ਖਾਂ ਲੋਧੀ ਅਤੇ ਪੰਜਾਬ, 1500 ਤੋਂ 1562 ਈਸਵੀ 'ਚ। ਦੌਲਤ ਖਾਂ ਲੋਧੀ, ਸਿਕੰਦਰ ਲੋਧੀ ਨੇ ਤਤਾਰ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਸੀ। ਠੀਕ ਹੈ, ਉਸਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ, ਅਤੇ ਦੌਲਤ ਖਾਂ ਲੋਧੀ ਪੰਜਾਬ ਦੇ ਸੂਬੇ ਤਤਾਰ ਖਾਂ ਦਾ ਪੁੱਤਰ ਸੀ। ਠੀਕ ਹੈ, ਦੌਲਤ ਖਾਂ ਲੋਧੀ ਦਾ ਬਾਬਰ ਨਾਲ ਫਿਰ ਗੱਠਜੋੜ, ਮਤਲਬ ਬਾਬਰ ਹੈ ਮੇਨ ਕੁਐਸਚਨ ਇਹਦੇ 'ਚ ਬਣਦਾ ਬਾਬਰ ਬਾਰੇ। ਠੀਕ ਹੈ, ਇਸ ਜੇਕਰ ਮੇਨ ਕੁਐਸਚਨ ਜੇਕਰ ਬਣਨਾ ਤਾਂ ਬਾਬਰ ਵਾਲੇ ਪੋਰਸ਼ਨ ਦੇ ਵਿੱਚੋਂ ਬਣੇਗਾ। ਠੀਕ ਹੈ, ਬਾਬਰ ਦਾ ਪੂਰਾ ਨਾਮ ਜਹੀਰੁੱਦੀਨ ਬਾਬਰ ਸੀ, ਜੋ ਕਾਬਲ ਦਾ ਹਾਕਮ ਸੀ। ਠੀਕ ਹੈ, ਅਤੇ ਉਹਦੇ ਪੁੱਤਰ ਦਾ ਹੁਮਾਯੂੰ ਸੀ, ਅਤੇ ਬਾਬਰ ਨੇ 1519 ਈਸਵੀ ਵਿੱਚ ਪਹਿਲੀ ਵਾਰੀ ਪੰਜਾਬ 'ਤੇ ਹਮਲਾ ਕੀਤਾ ਸੀ। ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਅੱਗੇ ਬਾਬਰ ਨੇ ਪੰਜਾਬ 'ਤੇ ਕਿੰਨੇ ਹਮਲੇ ਕੀਤੇ ਸਨ? 5 ਹਮਲੇ ਕੀਤੇ ਸਨ, ਅਤੇ ਬਾਬਰ ਨੇ ਪੰਜਾਬ ਦੇ ਲੋਕਾਂ 'ਤੇ ਅਨੇਕਾਂ ਅਤਿਆਚਾਰ ਕੀਤੇ, ਜਿਸ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਵਿੱਚ ਕੀਤਾ ਸੀ? ਬਾਬਰ ਬਾਣੀ ਵਿੱਚ। ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਫਿਰ ਬਾਬਰ ਦੀ ਪੰਜਾਬ 'ਤੇ ਜਿੱਤ, ਮਤਲਬ ਬਾਬਰ 1525 ਈਸਵੀ ਵਿੱਚ ਆਪਣੇ 12000 ਸੈਨਿਕਾਂ ਨਾਲ ਪੰਜਾਬ ਵੱਲ ਵਧਿਆ ਸੀ, ਕਾਬੁਲ ਤੋਂ ਗਿਆ ਸੀ। ਠੀਕ ਹੈ, ਕਾਬੁਲ ਦਾ ਸ਼ਾਸਕ ਸੀ। ਉਸ ਉਪਰੰਤ ਉਸ ਹਿੰਦ ਗਿਆ ਅਤੇ ਉਸਨੇ ਪਹਿਲਾਂ ਅੰਬਾਲਾ ਜਿੱਤਿਆ ਸੀ, ਫਿਰ ਹਾਂਸੀ ਅਤੇ ਹਿਸਾਰ ਫਰੋਜ਼ ਜਿੱਤਣ ਲਈ ਕਿਸ ਨੂੰ ਭੇਜਿਆ? ਆਪਣੇ ਪੁੱਤਰ ਹੁਮਾਯੂੰ ਨੂੰ ਭੇਜਿਆ। ਬਾਬਰ ਆਪ ਪਾਣੀਪਤ ਜਿੱਤਣ ਲਈ ਦਿੱਲੀ ਵੱਲ ਵਧਿਆ। ਠੀਕ ਹੈ, ਅਤੇ ਉਸ ਦਾ ਮੁਕਾਬਲਾ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨਾਲ ਹੋਇਆ ਸੀ। ਓਕੇ, ਅੱਗੇ ਕੀ ਹੈ? ਪਾਣੀਪਤ ਦੀ ਲੜਾਈ, ਪਹਿਲੀ ਲੜਾਈ ਕਦੋਂ ਹੋਈ ਸੀ? 21 ਅਪ੍ਰੈਲ 1526 ਈਸਵੀ ਨੂੰ ਹੋਈ ਸੀ। ਠੀਕ ਹੈ, ਕਿਸ ਕਾਬਲ ਦੇ ਤੈਮੂਰੀ ਸ਼ਾਸਕ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਵਿਚਾਰੇ ਪਾਣੀਪਤ ਦੇ ਮੈਦਾਨ ਵਿੱਚ ਹੋਈ ਸੀ। ਇਹ ਲੜਾਈ ਵੀ ਜਿੱਤ ਕਿਸ ਦੀ ਹੋਈ ਸੀ? ਬਾਬਰ ਦੀ ਜਿੱਤ ਹੋਈ ਸੀ। ਓਕੇ, ਇਹ ਇੰਨਾ ਇੰਪੋਰਟੈਂਟ ਸੀ ਅੱਜ ਦੀ ਵੀਡੀਓ ਦੇ ਵਿੱਚ। ਠੀਕ ਹੈ, ਸਮਾਜਿਕ ਅਵਸਥਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ, ਫਿਰ ਆਪਣਾ ਚੈਪਟਰ ਕੰਪਲੀਟ ਹੋ ਜਾਏਗਾ। ਸੋ ਦੋਸਤੋ, ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ। ਠੀਕ ਹੈ, ਕਿ ਕਿਸੇ ਵੀ ਦੋਸਤ ਨੇ ਹਾਲੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਸਬਸਕ੍ਰਾਈਬ ਕਰ ਲਓ। ETT 994 ਨਾਲ ਜਿੰਨਾ ਵੀ ਸਿਲੇਬਸ ਇੱਥੇ ਤੁਹਾਨੂੰ ਕੰਪਲੀਟ ਕਰਾਇਆ ਜਾਏਗਾ। ਠੀਕ ਹੈ, ਤੁਸੀਂ ਆਪਦੀ ਤਿਆਰੀ ਇੱਥੋਂ ਵਧੀਆ ਕਰ ਸਕਦੇ ਹੋ। ਸੋ ਥੈਂਕ ਯੂ ਦੋਸਤੋ ਵੀਡੀਓ ਦੇਖਣ ਲਈ। ਜੇ ਕੋਈ ਕਿਸੇ ਵੀ ਦੋਸਤ ਨੇ ਸਾਡੇ ਜੇਕਰ WhatsApp ਗਰੁੱਪ ਦੇ ਵਿੱਚ ਐਡ ਨਹੀਂ ਹੋਇਆ ਤਾਂ WhatsApp ਗਰੁੱਪ ਦੇ ਵਿੱਚ ਐਡ ਵੀ ਹੋ ਸਕਦਾ। ਠੀਕ ਹੈ, ਨੰਬਰ 9308067005। ਠੀਕ ਹੈ, ਬਾਕੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਵੀ ਦੇ ਦਾਂਗੇ, ਤੁਸੀਂ ਉਸ ਲਿੰਕ ਦੇ ਥਰੂ ਸਾਡੇ WhatsApp ਗਰੁੱਪ ਦੇ ਵਿੱਚ ਐਡ ਹੋ ਸਕਦੇ, ਜਿੱਥੇ ਤੁਹਾਨੂੰ ਇਸ ਨਾਲ ਰਿਲੇਟਡ ਸਾਰੇ PDF ਅਵੇਲੇਬਲ ਮਿਲਣਗੀਆਂ। ਠੀਕ ਹੈ, ਅਤੇ ਨਾਲ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਵੀ ਜੁਆਇਨ ਹੋ ਸਕਦੇ ਹੋ, ਜਿੱਥੇ ਇਹਨਾਂ ਸਾਰੇ ਸਬਜੈਕਟ ਨਾਲ ਰਿਲੇਟਡ ਕੁਇਜ਼ ਵੀ ਕਰਵਾਏ ਜਾਂਦੇ ਹਨ। ਠੀਕ ਹੈ, ਉਸ ਦਾ ਵੀ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਜਾਵੇਗਾ, ਤੁਸੀਂ ਉੱਥੋਂ ਲਿੰਕ 'ਤੇ ਜਾ ਕੇ ਸਾਡੇ ਗਰੁੱਪਸ ਦੇ ਵਿੱਚ ਐਡ ਹੋ ਸਕਦੇ ਹੋ। ਸੋ ਥੈਂਕ ਯੂ ਦੋਸਤੋ ਵਾਚਿੰਗ ਦਾ ਵੀਡੀਓ। ਇਸ ਤਰ੍ਹਾਂ ਚੈਨਲ ਨਾਲ ਬਣੇ ਰਹਿਣਾ। ਠੀਕ ਹੈ, ਥੈਂਕ ਯੂ।